ਮਾਰਨਿੰਗ ਸਟੂਡੈਂਟਸ, ਆਪਾਂ ਰੀਡ ਕਰ ਰਹੇ ਸੀਗੇ ਪ੍ਰਾਚੀਨ ਭਾਰਤੀ ਇਤਿਹਾਸ ਦੀ ਜਾਣਕਾਰੀ ਦੇਣ ਵਾਲੇ ਸੋਮੇ। ਉਹਨਾਂ ਦੇ ਵਿੱਚੋਂ ਇੱਕ ਪੁਰਾਤਵ ਸੰਬੰਧੀ ਸੋਮੇ ਵੀ ਨੇ ਜਿਹੜੇ ਇਹ ਵੀ ਬਹੁਤ ਮੇਨ ਹੈਗੇ ਨੇ। ਜੇਕਰ ਪੁਰਾਤਵ ਸੰਬੰਧੀ ਸੋਮੇ ਨਾ ਹੁੰਦੇ ਤਾਂ ਜਿਹੜਾ ਸਾਡਾ ਪ੍ਰਾਚੀਨ ਭਾਰਤ ਦਾ ਇਤਿਹਾਸ ਲਿਖਿਆ ਗਿਆ ਉਸ ਨੂੰ ਲਿਖਣ ਦਾ ਜਿਹੜਾ ਕੰਮ ਸੀ ਸ਼ਾਇਦ ਅਧੂਰਾ ਰਹਿ ਜਾਂਦਾ। ਸੋ ਪ੍ਰਾਚੀਨ ਭਾਰਤ ਦਾ ਇਤਿਹਾਸ ਲਿਖਣ ਦੇ ਵਿੱਚ ਪੁਰਾਤਵ ਸੰਬੰਧੀ ਸੋਮਿਆਂ ਦਾ ਬਹੁਤ ਸਾਰਾ ਯੋਗਦਾਨ ਹੈਗਾ। ਇਹ ਸੋਮੇ ਨੇ ਜਿਹੜੇ ਕਈ ਤਰ੍ਹਾਂ ਦੇ ਨੇ, ਜਿਵੇਂ ਕਿ ਅਸੀਂ ਸ਼ਿਲਾ ਲੇਖਾਂ ਨੂੰ ਤਾਮਰ ਪੱਤਰ, ਸ਼ਾਹੀ ਜਿਹੜੇ ਸਿੱਕੇ ਨੇ, ਅਸਤਰ ਸ਼ਾਸਤਰ ਭਾਵ ਕਿ ਜਿਹੜੇ ਸ਼ਾਹੀ ਸਿੱਕੇ ਅਤੇ ਉਹ ਜਿਹੜੇ ਪੁਰਾਣੇ ਹਥਿਆਰ ਨੇ, ਜਿਹੜੇ ਭਾਵਨਾ ਤੇ ਖੰਡਰ ਨੇ, ਜਿਹੜੇ ਕਲਾਕ੍ਰਿਤੀਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਪੁਰਾਤਵ ਸੋਮੇ ਕਿਹਾ ਜਾਂਦਾ ਹੈ। ਤੇ ਇਹਨਾਂ ਨੂੰ ਅੱਗੇ ਇਹਨਾਂ ਸਾਰਿਆਂ ਨੂੰ ਮਿਲਾ ਕੇ ਕੁੱਲ 4 ਭਾਗ ਬਣਾਏ ਗਏ ਨੇ। ਫਸਟ ਹੈਗਾ ਅਭਿਲੇਖ, ਸੈਕਿੰਡ ਹੈਗਾ ਸਿੱਕੇ, ਥਰਡ ਪੁਰਾਤਨ ਸਥਾਨਾਂ ਦੀਆਂ ਖੁਦਾਈਆਂ, ਫੋਰਥ ਹੈਗਾ ਪ੍ਰਾਚੀਨ ਭਵਨ ਤੇ ਕਲਾਕ੍ਰਿਤੀਆਂ। ਸੋ ਇਹ 4 ਪ੍ਰਕਾਰ ਦੇ ਜਿਹੜੇ ਪੁਰਾਤਵ ਸੋਮੇ ਨੇ ਜਿਹੜੇ ਕਿ ਪ੍ਰਾਚੀਨ ਭਾਰਤ ਦਾ ਇਤਿਹਾਸ ਲਿਖਣ ਦੇ ਵਿੱਚ ਕਾਫੀ ਸਹਾਇਕ ਸਿੱਧ ਹੋਏ ਨੇ। ਜਿਨ੍ਹਾਂ ਦੇ ਵਿੱਚੋਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਅਭਿਲੇਖ ਦੀ। ਜਿਹੜੇ ਅਭਿਲੇਖ ਨੇਗੇ ਇਹ ਸਿਰਫ ਲੇਖ ਨਾ ਹੋ ਕੇ ਇਹ ਸਾਨੂੰ ਹੋਰ ਵੀ ਕਈ ਜਗ੍ਹਾ 'ਤੇ ਮਿਲਦੇ ਨੇ, ਜਿਵੇਂ ਸ਼ਿਲਾਵਾਂ, ਸਤੰਭ ਅਤੇ ਕੰਧਾਂ। ਇਹਨਾਂ ਦੇ ਉੱਪਰ ਜਿਹੜੇ ਲੇਖ ਲਿਖੇ ਗਏ ਨੇ ਉਹ ਲੇਖ ਦੇ ਵਿੱਚ ਲਿਖਿਆ ਹੁੰਦਾ ਵੀ ਕਿਸੇ ਵੀ ਪੁਰਾਣੇ ਸਮੇਂ ਦਾ ਪ੍ਰਾਚੀਨ ਭਾਰਤ ਦੇ ਬਾਰੇ ਕੋਈ ਵੀ ਘਟਨਾ ਵਗੈਰਾ ਲਿਖੀ ਹੁੰਦੀ ਹੈ। ਉਹਨਾਂ ਲੇਖਾਂ ਨੂੰ ਪੜ੍ਹ ਕੇ ਵੀ ਸਾਨੂੰ ਬਹੁਤ ਕੁਝ ਪਤਾ ਲੱਗਿਆ ਕਿ ਪ੍ਰਾਚੀਨ ਭਾਰਤ ਦੇ ਵਿੱਚ ਕੀ ਸੀਗਾ। ਸੋ ਇਹ ਸਾਰੇ ਜਿਹੜੇ ਲੇਖ ਸ਼ਿਲਾਵਾਂ, ਸਤੰਭਾਂ ਅਤੇ ਕੰਧਾਂ ਦੇ ਉੱਤੇ ਲਿਖੇ ਗਏ ਨੇ ਇਹਨਾਂ ਨੂੰ ਵੀ ਅਭਿਲੇਖ ਕਿਹਾ ਜਾਂਦਾ ਹੈ। ਉਸ ਤੋਂ ਇਲਾਵਾ ਕਈ ਸਿੱਕਿਆਂ ਉੱਤੇ, ਕਈ ਮੋਹਰਾਂ ਉੱਤੇ, ਕਈ ਮੂਰਤੀਆਂ ਉੱਤੇ ਅਤੇ ਕਈ ਤਾਮਿਰ ਪੱਤਰਾਂ ਉੱਤੇ ਜਿਹੜੇ ਕੁਝ ਸ਼ਬਦ ਉਕਰੇ ਹੋਏ ਮਿਲੇ ਨੇ, ਉਹ ਸ਼ਬਦਾਂ ਨੂੰ ਪੜ੍ਹ ਕੇ ਵੀ ਸਾਨੂੰ ਪੁਰਾਣੇ ਸਮੇਂ ਦਾ ਬਹੁਤ ਕੁਝ ਪਤਾ ਚੱਲਦਾ, ਉਹ ਵੀ ਅਭਿਲੇਖ ਕਹਾਉਂਦੇ ਨੇ। ਸੋ ਜਿਹੜੇ ਅਭਿਲੇਖ ਨੇ ਉਹ ਬਹੁਤ ਤਰ੍ਹਾਂ ਦੇ ਹੈਗੇ ਨੇ, ਜਿਵੇਂ ਜਿਨ੍ਹਾਂ ਦੇ ਵਿੱਚੋਂ ਅਸ਼ੋਕ ਦੇ ਅਭਿਲੇਖ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ। ਜਿਹੜੇ ਅਭਿਲੇਖ ਨੇ ਇਹ ਕੁਝ ਸਰਕਾਰੀ ਨੇ, ਕੁਝ ਗੈਰ ਸਰਕਾਰੀ ਨੇ, ਕੁਝ ਗਵਾਂਢੀ ਦੇਸ਼ਾਂ 'ਚੋਂ ਵੀ ਮਿਲੇ ਨੇਗੇ। ਗਵਾਂਢੀ ਦੇਸ਼ਾਂ ਦੇ ਵਿੱਚੋਂ ਵੀ ਸਾਨੂੰ ਕੁਝ ਲਿਖਿਆ ਮਿਲਿਆ, ਅਜਿਹੇ ਕੁਝ ਅਭਿਲੇਖ ਮਿਲੇ ਨੇ ਜਿਨ੍ਹਾਂ ਤੋਂ ਸਾਨੂੰ ਇੰਦਰ, ਵਰੁਣ ਆਦਿ ਦੇਵਤਿਆਂ ਦਾ ਵਰਣਨ ਮਿਲਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਵੀ ਜਿਹੜੇ ਅਭਿਲੇਖ ਨੇ ਉਹ ਸਾਨੂੰ ਪ੍ਰਾਚੀਨ ਭਾਰਤੀ ਇਤਿਹਾਸ ਦੀ ਬਹੁਤ ਸਾਰੀ ਜਾਣਕਾਰੀ ਦਿੰਦੇ ਨੇ। ਉਹਨਾਂ ਨੂੰ ਪੜ੍ਹ ਕੇ ਹੀ ਅਸੀਂ ਇਤਿਹਾਸ ਲਿਖਣ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈਗਾ। ਇਹ ਜਿਹੜੇ ਅਭਿਲੇਖ ਨੇ ਇਹਨਾਂ ਦੀ ਇੱਕ ਵਿਸ਼ੇਸ਼ਤਾ ਇਹ ਹੈਗੀ ਹੈ ਕਿ ਇਹ ਪੁਰਾਣੇ ਸਮੇਂ ਦੀਆਂ ਘਟਨਾਵਾਂ ਅਤੇ ਮਿਤੀਆਂ ਬਾਰੇ ਦੱਸਦੇ ਨੇ। ਜੇ ਇਹ ਅਭਿਲੇਖ ਨਾ ਹੁੰਦੇ ਤਾਂ ਸਾਨੂੰ ਇਹ ਗੱਲ ਕਦੇ ਨਾ ਪਤਾ ਲੱਗਦੀ ਕਿ ਇਤਿਹਾਸ ਦੇ ਵਿੱਚ ਕਿਹੜੀ ਘਟਨਾ ਕਿਹੜੀ ਤਰੀਕ ਨੂੰ ਹੋਈ ਸੀ। ਸੋ ਇਤਿਹਾਸਿਕ ਘਟਨਾਵਾਂ ਬਾਰੇ ਦੱਸਦੇ ਨੇ ਇਹ, ਅਤੇ ਇਹ ਘਟਨਾ ਜਿਹੜੀ ਕਿਹੜੀ ਮਿਤੀ ਨੂੰ ਹੋਈ ਸੀ ਉਸ ਬਾਰੇ ਜਾਣਕਾਰੀ ਦੇਣ ਦੇ ਵਿੱਚ ਬਹੁਤ ਮਹੱਤਵਪੂਰਨ ਨੇ। ਨੈਕਸਟ ਹੈਗੇ ਨੇ ਸਿੱਕੇ, ਜਿਹੜੇ ਕੁਆਇਨਸ। ਸਿੱਕੇ ਵੀ ਜਿਹੜਾ ਇੱਕ ਦੂਸਰਾ ਮਹੱਤਵਪੂਰਨ ਸੋਮਾ ਨੇ ਇਤਿਹਾਸ ਦੀ ਜਾਣਕਾਰੀ ਦੇਣ ਦਾ। ਜਿਹੜੇ ਬਹੁਤ ਸਾਰੀ ਗਿਣਤੀ ਦੇ ਵਿੱਚ ਜਿਹੜੇ ਸਿੱਕੇ ਨੇ ਇਹ ਰਾਜਾ ਮਹਾਰਾਜਿਆਂ ਦੇ ਮਹਿਲਾਂ ਵਾਲੇ ਸੋਨੇ, ਚਾਂਦੀ, ਤਾਂਬੇ ਅਤੇ ਮਿਲੀਆਂ ਜੁਲੀਆਂ ਦੇ ਸਿੱਕੇ ਨੇ ਜਿਹੜੇ ਪ੍ਰਾਪਤ ਹੋਏ ਨੇ ਇਹ ਰਾਜਿਆਂ ਦੇ ਮਹਿਲਾਂ ਦੇ ਵਿੱਚੋਂ ਜ਼ਿਆਦਾ ਮਿਲੇ ਨੇ। ਜੇਕਰ ਅਸੀਂ ਪ੍ਰਾਚੀਨ ਕਾਲ ਦੇ ਸਿੱਕਿਆਂ ਦੀ ਗੱਲ ਕਰੀਏ ਤਾਂ ਇਹ ਸਿੱਕੇ ਨੇ ਜਿਹੜੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚੋਂ ਮਿਲੇ ਨੇ। ਪੰਜਾਬ ਦੇ ਵਿੱਚੋਂ ਬਹੁਤ ਸਾਰੇ ਸਿੱਕੇ ਮਿਲੇ ਨੇ ਜਿਨ੍ਹਾਂ ਦੇ ਉੱਤੇ ਉਕਰੇ ਹੋਏ ਸ਼ਬਦਾਂ ਨੂੰ ਪੜ੍ਹ ਕੇ ਸਾਨੂੰ ਇਤਿਹਾਸ ਦੀ ਬਹੁਤ ਸਾਰੀ ਹੈ ਜਿਹੜੀ ਜਾਣਕਾਰੀ ਮਿਲਦੀ ਹੈ। ਸਿੱਕਿਆਂ ਦੀ ਜਿਹੜੀ ਬਨਾਵਟ ਹੁੰਦੀ ਹੈ ਉਸ ਬਨਾਵਟ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਉਸ ਸਮੇਂ, ਜਿਸ ਸਮੇਂ ਦਾ ਇਹ ਸਿੱਕਾ ਬਣਿਆ ਹੋਇਆ ਹੈ, ਉਸ ਸਮੇਂ ਕਲਾ ਕਿੱਥੋਂ ਤੱਕ ਸੀਗੀ, ਕਲਾ ਦਾ ਕਿੰਨਾ ਕੁ ਵਿਕਾਸ ਹੋਇਆ ਸੀ। ਸਿੱਕਿਆਂ ਦੇ ਉੱਪਰ ਲਿਖੇ ਗਏ ਸ਼ਬਦਾਂ ਤੋਂ ਉਸ ਸਮੇਂ ਦੀ ਭਾਸ਼ਾ ਦੀ ਜਾਣਕਾਰੀ ਮਿਲਦੀ ਹੈ, ਕਿਉਂਕਿ ਕੋਈ ਵੀ ਸਿੱਕੇ ਦੇ ਉੱਤੇ ਜਿਹੜੇ ਅੱਖਰ ਲਿਖੇ ਹੁੰਦੇ ਨੇ ਉਹ ਅੱਖਰ ਜਿਹੜੀ ਲੈਂਗੁਏਜ ਦੇ ਵਿੱਚ ਲਿਖੇ ਹੋਣਗੇ, ਇਟ ਮੀਨਸ ਉਹੀ ਜਿਹੜੀ ਲੈਂਗੁਏਜ ਹੈ ਉਸ ਸਮੇਂ ਲੋਕ ਸੀ ਜਿਹੜੇ ਉਸ ਲੈਂਗੁਏਜ ਦੀ ਵਰਤੋਂ ਕਰਦੇ ਸੀਗੇ। ਸੋ ਜਿਹੜੇ ਸਿੱਕੇ ਨੇ ਸਾਨੂੰ ਇਤਿਹਾਸ ਦੀ ਜਾਣਕਾਰੀ ਦੇਣ ਦੇ ਵਿੱਚ ਬਹੁਤ ਸਾਰਾ ਜਿਹੜਾ ਯੋਗਦਾਨ ਪਾਉਂਦੇ ਨੇ। ਜਿਹੜੇ ਪੁਰਾਣੇ ਸਮੇਂ ਦੇ ਸਿੱਕੇ ਸੀਗੇ, ਜਿਹੜਾ ਸਿੱਕਾ ਜਦੋਂ ਬਣਾਇਆ ਜਾਂਦਾ ਸੀ ਉਸ ਸਮੇਂ ਜਿਹੜੇ ਰਾਜੇ ਦਾ ਰਾਜ ਹੁੰਦਾ ਸੀ ਉਸ ਰਾਜੇ ਦੀ ਜਾਂ ਤਾਂ ਫੋਟੋ ਬਣਾਈ ਜਾਂਦੀ ਸੀ ਸਿੱਕੇ ਤੇ ਨੀਚੇ ਸੰਨ ਲਿਖਿਆ ਜਾਂਦਾ ਸੀ ਵੀ ਕਿਹੜੇ ਈਸਵੀ ਕਿਹੜੇ ਸਾਲ ਦੇ ਵਿੱਚ ਇਹ ਬਣੇ ਹੈ, ਜਾਂ ਰਾਜੇ ਦਾ ਨਾਮ ਲਿਖਿਆ ਜਾਂਦਾ ਸੀ।
ਤਾਂ ਸਾਨੂੰ ਉਹ ਸਿੱਕਿਆਂ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਉਸ ਸਾਲ ਦੇ ਵਿੱਚ ਉਸ ਰਾਜੇ ਦਾ ਰਾਜ ਸੀ। ਉੱਥੋਂ ਦੀ ਰਾਜਨੀਤੀ ਬਾਰੇ, ਰਾਜਨੀਤਿਕ ਅਵਸਥਾ ਬਾਰੇ ਸਾਨੂੰ ਪਤਾ ਲੱਗਦਾ ਹੈ। ਇਸ ਤੋਂ ਇਲਾਵਾ ਸਿੱਕਿਆਂ ਦੇ ਉੱਪਰ ਸੀ ਜਿਹੜੀਆਂ ਕੁਝ ਦੇਵੀ ਦੇਵਤਿਆਂ ਦੀਆਂ, ਕੁਝ ਪਸ਼ੂ ਪੰਛੀਆਂ ਦੀਆਂ ਜਿਹੜੀਆਂ ਸੀ ਪਿਕਚਰ ਵੀ ਬਣੀਆਂ ਹੁੰਦੀਆਂ ਨੇ। ਤਾਂ ਉਹ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਇਹ ਸਿੱਕਾ ਜਿਹੜੇ ਸਾਲ ਦੇ ਵਿੱਚ ਬਣੇ ਆ, ਜਿਹੜੀ ਈਸਵੀ ਦੇ ਵਿੱਚ ਬਣੇ ਆ, ਉਸ ਸਮੇਂ ਕਿਹੜੇ ਕਿਹੜੇ ਦੇਵੀ ਦੇਵਤਿਆਂ ਨੂੰ ਮੇਨ ਮੰਨਿਆ ਜਾਂਦਾ ਸੀ। ਕਿਉਂਕਿ ਸਿੱਕੇ ਦੇ ਉੱਪਰ ਜਿਹੜੇ ਦੇਵੀ ਦੇਵਤੇ ਦੀ ਫੋਟੋ ਛਪੀ ਹੁੰਦੀ ਸੀ, ਇਟ ਮੀਨਸ ਉਹ ਦੇਵੀ ਦੇਵਤਾ ਉਸ ਜ਼ਮਾਨੇ ਦੇ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਸੀ। ਸੋ ਜਿਹੜੇ ਸਿੱਕੇ ਨੇ ਇਹ ਪੁਰਾਣੇ, ਜਿਹੜਾ ਪ੍ਰਾਚੀਨ ਭਾਰਤ ਦੀ ਜਾਣਕਾਰੀ ਦੇਣ ਦਾ ਬਹੁਤ ਵੱਡਾ ਸੋਮਾ ਨੇ। ਇਹਨਾਂ ਨੂੰ ਦੇਖ ਕੇ ਸਾਨੂੰ ਬਹੁਤ ਕੁਝ ਪਤਾ ਚੱਲਦਾ ਹੈ। ਥਰਡ ਪੁਆਇੰਟ ਹੈਗਾ ਸਾਡਾ ਪੁਰਾਤਨ ਸਥਾਨਾਂ ਦੀਆਂ ਖੁਦਾਈਆਂ। ਜੇਕਰ ਪੁਰਾਣੇ ਸਥਾਨਾਂ ਨੂੰ ਖੋਦਿਆ ਜਾਵੇ ਤਾਂ ਉਹਨਾਂ ਨੂੰ ਖੋਦਣ ਤੋਂ ਬਾਅਦ ਨੀਚੋਂ ਬਹੁਤ ਕੁਝ ਅਜਿਹਾ ਮਿਲਦਾ ਸਾਨੂੰ, ਜਿਨ੍ਹਾਂ ਨੂੰ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਉਸ ਸਮੇਂ ਕਿਵੇਂ ਦਾ ਰਾਜਨੀਤਿਕ ਜੀਵਨ ਸੀ, ਕਿਵੇਂ ਦਾ ਸਮਾਜਿਕ ਜੀਵਨ ਸੀ, ਕਿਵੇਂ ਦਾ ਆਰਥਿਕ ਜੀਵਨ ਸੀਗਾ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਹੈ ਜਿਹੜਾ ਭਾਰਤ ਦੇ ਪੁਰਾਤਨ ਸਥਾਨਾਂ ਦੀਆਂ ਖੁਦਾਈਆਂ ਦਾ ਕੰਮ ਬਹੁਤ ਤੇਜ਼ੀ ਨਾਲ ਹੋਣ ਲੱਗਿਆ ਸੀ। ਫੋਰ ਐਗਜ਼ਾਮਪਲ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਹੜੱਪਾ ਨਗਰ ਦੀ ਜਿਹੜੀ ਖੁਦਾਈ ਕੀਤੀ ਗਈ ਸੀ, ਤਾਂ ਉਸ ਖੁਦਾਈ ਨੂੰ ਖੋਦਣ ਤੋਂ ਬਾਅਦ ਸਾਨੂੰ ਪਤਾ ਚੱਲਿਆ ਸੀ ਸਿੰਧ ਘਾਟੀ ਸੱਭਿਅਤਾ ਬਾਰੇ। ਸੋ ਉਸ ਖੁਦਾਈ ਨੇ ਸਾਨੂੰ ਜਿਹੜਾ ਬਹੁਤ ਪੁਰਾਣੀ ਇੱਕ ਸੱਭਿਅਤਾ ਦੀ ਨੌਲੇਜ ਦਿੱਤੀ। ਤਾਂ ਆਪਾਂ ਕਹਿ ਸਕਦੇ ਹਾਂ ਵੀ ਪੁਰਾਣੇ ਸਥਾਨਾਂ ਨੂੰ ਖੋਦਣ ਤੋਂ ਬਹੁਤ ਸਾਨੂੰ ਨੌਲੇਜ ਮਿਲਦੀ ਹੈ। ਦੂਸਰਾ ਜਿਵੇਂ ਅਸੀਂ ਜਿਹੜਾ ਪਾਟਲੀਪੁੱਤਰ ਦੀ ਖੁਦਾਈ ਹੋਈ ਸੀ, ਉਸ ਖੁਦਾਈ ਤੋਂ ਬਾਅਦ ਸਾਨੂੰ ਮੌਰੀਆ ਸਾਮਰਾਜ ਬਾਰੇ ਪਤਾ ਚੱਲਿਆ। ਕਿਉਂਕਿ ਜਿਹੜਾ ਪਾਟਲੀਪੁੱਤਰ ਸੀ, ਉਹ ਜਿਹੜਾ ਸਥਾਨ ਸੀ, ਉਹ ਮੌਰੀਆ ਸਾਮਰਾਜ ਦੇ ਸਮੇਂ ਦੀ ਰਾਜਧਾਨੀ ਸੀ। ਸੋ ਉਸ ਪਾਟਲੀਪੁੱਤਰ ਨੂੰ ਖੋਦਣ ਤੋਂ ਬਾਅਦ ਸਾਨੂੰ ਮੌਰੀਆ ਸਾਮਰਾਜ ਬਾਰੇ ਬਹੁਤ ਕੁਝ ਪਤਾ ਚੱਲਿਆ। ਸੋ ਇਹ ਵੀ ਜਿਹੜੇ ਪੁਰਾਣੇ ਸਥਾਨਾਂ ਨੂੰ ਖੋਦਣ ਦਾ ਜਿਹੜਾ ਕੰਮ ਹੈ, ਉਸ ਨੇ ਵੀ ਸਾਨੂੰ ਇਤਿਹਾਸ ਦੀ ਬਹੁਤ ਸਾਰੀ ਜਾਣਕਾਰੀ ਦਿੱਤੀ। ਅੱਗੇ ਸਾਡਾ ਫੋਰਥ ਪੁਆਇੰਟ ਹੈਗਾ ਪ੍ਰਾਚੀਨ ਕਾਲ ਦੇ ਭਵਨ। ਪੁਰਾਣੇ ਸਮੇਂ ਦੇ ਜਿਹੜੇ ਭਵਨ ਬਣੇ ਹੋਏ ਸੀ, ਜਿਹੜੀਆਂ ਬਿਲਡਿੰਗਾਂ ਬਣੀਆਂ ਹੋਈਆਂ ਸੀ, ਅਤੇ ਕਿਲਾ ਕਿਰਤੀਆਂ। ਪੁਰਾਣੇ ਸਮੇਂ ਦੇ ਜਿਹੜੇ ਭਵਨ ਨੇ ਉਹ ਵੀ ਸਾਨੂੰ ਇਤਿਹਾਸ ਦੀ ਬਹੁਤ ਜਾਣਕਾਰੀ ਦਿੰਦੇ ਨੇ, ਅਤੇ ਜਿਹੜੀਆਂ ਹੋਰ ਕਲਾ ਕਿਰਤੀਆਂ ਨੇ ਉਹ ਵੀ ਬਹੁਤ ਜਾਣਕਾਰੀ ਦਿੰਦੀਆਂ ਨੇ। ਜਿਵੇਂ ਭਵਨ ਦੇ ਵਿੱਚ ਆ ਜਾਂਦਾ ਜਿਵੇਂ ਮੰਦਰ, ਗੁਫਾਵਾਂ, ਇਸ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਭਵਨ ਜਿਹੜੇ ਕਿ ਜਿਨ੍ਹਾਂ ਨੂੰ ਦੇਖ ਕੇ ਅਸੀਂ ਪਤਾ ਲਗਾ ਸਕਦੇ ਹਾਂ ਕਿ ਇਹ ਜਿਹੜਾ ਮੰਦਰ ਹੈ, ਇਹ ਜਿਹੜੀ ਗੁਫਾ ਹੈ ਵੀ ਇਹ ਫਲਾਨੀ ਈਸਵੀ ਦੇ ਵਿੱਚ ਬਣੀ ਸੀ। ਤਾਂ ਇਹ ਮੰਦਰ ਦੀ ਜਿਹੜੀ ਬਣਾਵਟ ਹੈ ਉਹ ਇਸ ਪ੍ਰਕਾਰ ਦੀ ਹੈ, ਜਾਂ ਮੰਦਰ ਦੀਆਂ ਕੰਧਾਂ ਉੱਤੇ ਜੋ ਕੁਝ ਵੀ ਲਿਖਿਆ ਹੋਇਆ ਉਹ ਇਸ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ। ਤਾਂ ਸਾਨੂੰ ਪਤਾ ਚੱਲ ਜਾਂਦਾ ਕਿ ਮੰਦਰ ਜਿਹੜੇ ਸਾਲ ਦੇ ਵਿੱਚ ਬਣੇ ਆ, ਜਿਹੜੀ ਈਸਵੀ ਦੇ ਵਿੱਚ ਬਣੇ ਹੈ, ਉਸ ਸਮੇਂ ਲੋਕਾਂ ਦੀ ਜਿਹੜੀ ਕਲਾ ਸੀ ਕਿਵੇਂ ਦੀ ਸੀ, ਲੋਕ ਕਿਹੜੀ ਭਾਸ਼ਾ ਸੀ ਜਿਹੜੀ ਯੂਜ਼ ਕਰਦੇ ਸੀ। ਸੋ ਉਹ ਮੰਦਰ ਕਿਹੜੇ ਦੇਵੀ ਦੇਵਤੇ ਦਾ ਬਣਿਆ, ਉਸ ਤੋਂ ਸਾਨੂੰ ਇਹ ਵੀ ਪਤਾ ਚੱਲ ਜਾਂਦਾ ਕਿ ਉਸ ਸਮੇਂ ਸੀ ਜਿਹੜੇ ਲੋਕ ਇਸ ਦੇਵੀ ਦੇਵਤੇ ਦੀ ਵੱਧ ਮਾਨਤਾ ਕਰਦੇ ਸੀ, ਵੱਧ ਪੂਜਾ ਕਰਦੇ ਸੀ, ਤਾਂ ਹੀ ਉਹਨਾਂ ਨੇ ਇਹ ਮੰਦਰ ਬਣਾਇਆ। ਸੋ ਜਿਹੜੀਆਂ ਪੁਰਾਣੇ ਭਵਨ ਨੇ ਉਹਨਾਂ ਨੂੰ ਦੇਖ ਕੇ ਸਾਨੂੰ ਬਹੁਤ ਕੁਝ ਪਤਾ ਚੱਲਦਾ ਇਤਿਹਾਸ ਬਾਰੇ। ਉਸ ਤੋਂ ਇਲਾਵਾ ਹੈਗੀਆਂ ਨੇ ਕਲਾ ਕਿਰਤੀਆਂ। ਉਸ ਸਮੇਂ ਜੋ ਵੀ ਜਿਹੜਾ ਕਲਾ ਦਾ ਜੋ ਵੀ ਕੰਮ ਕੀਤਾ ਜਾਂਦਾ ਸੀ, ਆਰਟ ਦਾ ਜੋ ਵੀ ਕੰਮ ਹੁੰਦਾ ਸੀ, ਜਿਵੇਂ ਕਿ ਮੂਰਤੀਆਂ ਬਣਾਉਣਾ, ਇਹ ਸਾਰੀਆਂ ਚੀਜ਼ਾਂ ਤੋਂ ਵੀ ਸਾਨੂੰ ਪੁਰਾਣੇ ਜ਼ਮਾਨੇ ਦਾ ਬਹੁਤ ਕੁਝ ਪਤਾ ਚੱਲਦਾ ਹੈ। ਮੂਰਤੀਆਂ ਦੇ ਨਾਲ ਸਾਨੂੰ ਜਿਹੜਾ ਇਹ ਪਤਾ ਚੱਲਦਾ ਹੈ ਵੀ ਇਹ ਮੂਰਤੀ ਹੈ ਜਿਹੜੀ ਈਸਵੀ ਦੇ ਵਿੱਚ ਬਣੀ ਹੈ। ਇਸ ਮੂਰਤੀ ਦੇ ਜਿਹੜੇ ਕੱਪੜੇ ਮੂਰਤੀ ਬਣਾਉਣ ਸਮੇਂ ਜਿਹੜੇ ਮੂਰਤੀ ਦੇ ਕੱਪੜੇ ਪਹਿਨਾਏ ਗਏ ਨੇ, ਤਾਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਜਿਸ ਸਾਲ ਦੇ ਵਿੱਚ ਇਹ ਮੂਰਤੀ ਬਣੀ ਹੈ ਉਸ ਸਾਲ ਸੀ ਜਿਹੜਾ ਲੋਕਾਂ ਦਾ ਪਹਿਰਾਵਾ ਕਿਵੇਂ ਦਾ ਸੀ। ਕਿਉਂਕਿ ਉਹਨਾਂ ਨੇ ਮੂਰਤੀ ਬਣਾਉਣ ਵਾਲੇ ਨੇ ਜਿਹੋ ਜਿਹਾ ਪਹਿਰਾਵਾ ਮੂਰਤੀ ਦੇ ਪਾਇਆ, ਇਟ ਮੀਨਸ ਉਸ ਸਮਾਜ ਦੇ ਵਿੱਚ ਉਹੀ ਪਹਿਰਾਵਾ ਲੋਕ ਪਾਉਂਦੇ ਹੋਣਗੇ। ਤਾਂ ਉਹਨਾਂ ਮੂਰਤੀਆਂ ਤੋਂ ਸਾਨੂੰ ਬਹੁਤ ਕੁਝ ਪਤਾ ਚੱਲਦਾ ਹੈ। ਮੂਰਤੀਆਂ ਵੀ ਜਿਹੜੀ ਪੁਰਾਣੇ ਜ਼ਮਾਨੇ ਦੇ ਧਾਰਮਿਕ ਅਤੇ ਸਮਾਜਿਕ ਜੀਵਨ ਨੂੰ ਪ੍ਰਗਟ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਨੇ। ਪੁਰਾਣੇ ਸਮੇਂ ਦੇ ਜਿਹੜੇ ਭਵਨ ਅਤੇ ਕਲਾ ਕਿਰਤੀਆਂ ਨੇ ਉਹ ਬਹੁਤ ਯੋਗਦਾਨ ਪਾਉਂਦੇ ਨੇ ਇਤਿਹਾਸ ਬਾਰੇ ਜਾਣਕਾਰੀ ਦੇਣ ਦੇ ਲਈ।